ਐਮੀ ਵਿਰਕ ਦੀ ਬੰਬੂ ਕਾਟ ਫਿਲਮ ਦੇਖੀ। ਫਿਲਮ ਬਹੁਤ ਸੋਹਣੀ ਸੀ। ਕਿਤੇ ਨਾ ਕਿਤੇ ਇਹ ਫਿਲਮ ਮੈਨੂੰ ਮੇਰੇ ਪਾਪਾ ਦੀ ਕਹਾਣੀ ਲੱਗੀ। ਫਰਕ ਸਿਰਫ ਇੰਨਾ ਸੀ ਕਿ ਇਸ ਫਿਲਮ ਵਿੱਚ ਐਮੀ ਵਿਰਕ ਦੀ ਪਤਨੀ ਰੰਗ ਦੀ ਸਾਂਵਲੀ ਸੀ, ਪਰ ਮੇਰੀ ਮਾਂ ਗੋਰੀ ਚਿੱਟੀ ਹੈ। ਮੇਰੇ ਪਾਪਾ ਵਧੀਆ ਪੜ੍ਹੇ ਲਿਖੇ ਤੇ ਵਿਦਵਾਨ ਕਿਸਮ ਦੇ ਇਨਸਾਨ ਹਨ। ਉਹਨਾਂ ਦੀਆਂ ਗੱਲਾਂ ਛੇਤੀ ਕੀਤੀਆਂ ਕਿਸੇ ਨੂੰ ਸਮਝ ਨਹੀਂ ਆਉਂਦੀਆਂ, ਪਰ ਮੈਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਬਹੁਤ ਪਸੰਦ ਸਨ। ਮੇਰਾ ਭਰਾ ਹਮੇਸ਼ਾ ਪਾਪਾ ਨੂੰ ਕਹਿੰਦਾ, ਐਵੇਂ ਨਾ ਹਰ ਇੱਕ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਲੱਗ ਜਾਇਆ ਕਰੋ। ਪਰ ਮੇਰੇ ਪਿਤਾ ਕੋਲ ਗਿਆਨ ਦਾ ਭੰਡਾਰ ਹੈ। ਮੇਰੇ ਪਾਪਾ ਪਿੰਡ ਵਿੱਚ ਰਹਿਣ ਵਾਲੇ ਇੱਕ ਸਿੱਧੇ ਸਾਦੇ ਕਿਸਾਨ ਸਨ। ਉਹ ਪੜ੍ਹੇ ਲਿਖੇ ਸਨ, ਪਰ ਉਹਨਾਂ ਦਾ ਪਹਿਰਾਵਾ ਇੱਕ ਕਿਸਾਨ ਵਾਂਗ ਹੀ ਹੁੰਦਾ ਸੀ। ਮੇਰੇ ਮਾਸੜ ਜੀ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਨ ਤੇ ਲੁਧਿਆਣੇ ਵਿੱਚ ਨੌਕਰੀ ਕਰਦੇ ਸਨ। ਮਾਸੀ ਦੀ ਨਾਨਕਿਆਂ ਵਿੱਚ ਵੱਖਰੀ ਟੌਰ ਹੁੰਦੀ ਸੀ, ਕਿਉਂਕਿ ਐਡੇ ਵੱਡੇ ਸ਼ਹਿਰ ਜੋ ਵਿਆਹੀ ਹੋਈ ਸੀ। ਨਾਨਕਿਆਂ ਦਾ ਕਹਿੰਦਾ ਕਹਾਉਂਦਾ ਪਰਿਵਾਰ ਸੀ। ਮਾਸੀ ਨੇ ਜਦੋਂ ਨਾਨਕੇ ਜਾਂ ਮੇਰੇ ਪਿੰਡ ਆਉਣਾ ਤਾਂ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਪਾ ਕੇ ਆਉਣੇ, ਜਿਹੜੇ ਸਾਡੇ ਪਿੰਡਾਂ ਦੀਆਂ ਬੁੜੀਆਂ ਨੇ ਕਦੇ ਦੇਖੇ ਵੀ ਨਾ ਹੋਣ। ਸਾਰੀਆਂ ਬੁੜੀਆਂ ਉਸਦੇ ਸੂਟ ਦੇਖ ਦੇਖ ਕੇ ਹੌਕੇ ਭਰਦੀਆਂ ਸਨ। ਮਾਸੀ ਜਦੋਂ ਵੀ ਪਿੰਡ ਆਉਂਦੀ ਤਾਂ ਸਾਡੇ ਲਈ, ਮੇਰੇ ਨਾਨਕਿਆਂ ਦੇ ਬੱਚਿਆਂ ਲਈ ਬਹੁਤ ਜ਼ਿਆਦਾ ਸਮਾਨ ਲੈ ਕੇ ਆਉਂਦੀ। ਮੇਰੇ ਨਾਨਕੇ ਉਸ ਦੀ ਆਓ ਭਗਤ ਵਿੱਚ ਭੁੱਲ ਜਾਂਦੇ ਸਨ ਕਿ ਉਹਨਾਂ ਦੀ ਛੋਟੀ ਬੇਟੀ ਵੀ ਆਈ ਹੋਈ ਹੈ। ਮੇਰੀ ਮਾਂ ਵੀ ਬਹੁਤ ਜ਼ਿਆਦਾ ਵਧੀਆ ਘਰੇ ਵਿਆਹੀ ਹੋਈ ਸੀ, ਪਰ ਮੇਰੇ ਦਾਦਕੇ ਥੋੜੇ ਸਿੱਧੇ ਸਾਦੇ ਸਨ। ਮਾਂ ਨੇ ਨਾਨਕੇ ਜਾ ਕੇ ਨਾਨਕਿਆਂ ਦੇ ਕੰਮ ਸਵਾਰੇ ਜਾਣੇ ਤੇ ਮਾਸੀ ਦੀ ਪੂਰੀ ਠਾਠ ਬਾਠ ਸੀ। ਉਸ ਦੇ ਪੇਕਿਆਂ ਵਿੱਚ ਮਾਸੀ ਦੇ ਬੱਚੇ ਸਾਡਾ ਬਹੁਤ ਪਿਆਰ ਕਰਦੇ ਸਨ, ਕਿਉਂਕਿ ਉਹ ਤਿੰਨੇ ਭੈਣ ਭਰਾ ਸਾਡੇ ਦੋਵੇਂ ਭੈਣ ਭਰਾਵਾਂ ਤੋਂ ਵੱਡੇ ਸਨ। ਮਾਸੀ ਦੀ ਛੋਟੀ ਬੇਟੀ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਸ਼ਹਿਰੋਂ ਆਉਣ ਲੱਗੀ ਮੇਰੇ ਲਈ ਨਵੀਆਂ ਨਵੀਆਂ ਫਰਾਕਾਂ ਲੈ ਕੇ ਆਉਂਦੀ ਸੀ। ਮੈਨੂੰ ਸਜਾ ਕੇ ਤਿਆਰ ਕਰਕੇ ਰੱਖਦੀ ਸੀ। ਮੇਰਾ ਮਾਸੜ ਬਹੁਤ ਹੀ ਧਰਮਾਤਮਾ ਕਿਸਮ ਦਾ ਬੰਦਾ ਹੈ। ਲੁਧਿਆਣੇ ਇੰਨੇ ਵੱਡੇ ਅਹੁਦੇ ਉੱਪਰ ਕੰਮ ਕਰਦਾ ਸੀ, ਪਰ ਕਦੇ ਉਸ ਵਿੱਚ ਆਕੜ ਰੋਬ ਕੁਝ ਵੀ ਕਦੇ ਅਸੀਂ ਨਹੀਂ ਦੇਖਿਆ ਸੀ। ਮਾਸੜ ਜੀ ਜਦੋਂ ਵੀ ਆਉਂਦੇ ਤਾਂ ਬਹੁਤ ਪਿਆਰ ਨਾਲ ਪੇਸ਼ ਆਉਂਦੇ ਸਨ। ਮੇਰੀ ਮੰਮੀ ਨੂੰ ਆਪਣੀ ਬੇਟੀ ਵਾਂਗ ਹੀ ਸਮਝਦੇ ਸਨ। ਮੇਰੀ ਮਾਂ ਸਭ ਤੋਂ ਛੋਟੀ ਸੀ। ਨਾਨਕਿਆਂ ਵਿੱਚ ਮਾਸੀ ਆਪਣੀ ਪੂਰੀ ਸਰਦਾਰੀ ਚਲਾਉਂਦੀ ਸੀ। ਮਾਮਿਆਂ ਦੇ ਬੱਚਿਆਂ ਦੇ ਵਿਆਹ ਵਿੱਚ ਮਾਸੀ ਦੀ ਪੂਰੀ ਪੁੱਛ-ਗਿੱਛ ਸੀ। ਮਾਮਿਆਂ ਦੇ ਮੁੰਡਿਆਂ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਤਾਂ ਮਾਸੀ ਕੁੜੀ ਦੇਖਣ ਜਾਣ ਲਈ ਸਭ ਤੋਂ ਮੋਹਰੀ ਹੁੰਦੀ ਸੀ। ਸਾਡੀ ਮਾਂ ਵਿਚਾਰੀ ਘਰ ਕੰਮ ਕਰਨ ਤੇ ਹੁੰਦੀ ਸੀ। ਮੈਂ ਬਹੁਤ ਛੋਟੀ ਹੁੰਦੀ ਸੀ। ਮੈਨੂੰ ਬਹੁਤ ਬੁਰਾ ਲੱਗਦਾ ਕਿ ਉਹ ਮੇਰੀ ਮੰਮੀ ਨਾਲ ਇਦਾਂ ਕਿਉਂ ਕਰ ਰਹੇ ਨੇ। ਮੈਂ ਮੰਮਾ ਨੂੰ ਕਹਿਣਾ ਕਿ ਉਹ ਤੈਨੂੰ ਕਿਉਂ ਨਹੀਂ ਲੈ ਕੇ ਗਏ। ਮਾਂ ਨੇ ਕਹਿਣਾ, ਪੁੱਤ ਮੈਂ ਚਲੀ ਤਾਂ ਜਾਂਦੀ, ਪਰ ਮੈਂ ਸਭ ਤੋਂ ਛੋਟੀ ਆ, ਮੇਰਾ ਹੱਕ ਨਹੀਂ ਬਣਦਾ, ਤੇਰੀ ਮਾਸੀ ਵੱਡੀ ਆ। ਮੈਨੂੰ ਬਹੁਤ ਗੁੱਸਾ ਆਉਣਾ। ਬਾਹਰ ਅੰਦਰ ਜਾਣ ਲਈ ਮਾਸੀ, ਘਰ ਦੇ ਸਾਰੇ ਕੰਮ ਕਰਨ ਲਈ ਮੇਰੀ ਮੰਮੀ। ਐਵੇਂ ਹੀ ਇੱਕ ਵਾਰੀ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਸੀ। ਮੈਂ ਆਪਣੇ ਪਾਪਾ ਨਾਲ ਵਿਆਹ ਦੇਖਣ ਆਈ ਸੀ। ਮਾਮੀ ਨੇ ਪਹਿਲਾਂ ਦੀ ਪਈ ਹੋਈ ਚਾਹ ਹੀ ਗਲਾਸ 'ਚ ਪਾ ਕੇ ਪਾਪਾ ਨੂੰ ਫੜਾ ਦਿੱਤੀ। ਪਾਪਾ ਵਿਚਾਰੇ ਬਿਨਾਂ ਕੁਝ ਬੋਲੇ ਗੱਲਾਂ ਕਰਦੇ ਹੋਏ ਚਾਹ ਪੀਣ ਲੱਗੇ। ਥੋੜੇ ਸਮੇਂ ਬਾਅਦ ਮਾਸੜ ਜੀ ਵੀ ਆ ਗਏ। ਮਾਮੀ ਉਹਨਾਂ ਦੀ ਆਓ ਭਗਤ ਵਿੱਚ ਜੁਟ ਗਈ। ਮਾਸੜ ਜੀ ਦੇ ਬੈਠਣ ਲਈ ਕੁਰਸੀਆਂ ਮੰਗਵਾਈਆਂ ਗਈਆਂ, ਮੇਜ਼ ਲਗਾਇਆ ਗਿਆ। ਮੈਂ ਬਹੁਤ ਛੋਟੀ ਸੀ, ਪਰ ਦੇਖ ਰਹੀ ਸੀ ਕਿ ਕਿਵੇਂ ਮੇਰੇ ਪਾਪਾ ਇੱਕ ਟੁੱਟੇ ਹੋਏ ਬਾਣ ਦੇ ਮੰਜੇ ਤੇ ਬੈਠੇ ਸਨ। ਉਹ ਵੀ ਉਸ ਘਰ ਦੇ ਜਵਾਈ ਸਨ। ਮੈਨੂੰ ਬਹੁਤ ਗੁੱਸਾ ਆਉਂਦਾ ਸੀ, ਜਿਸ ਕਾਰਨ ਮੇਰਾ ਨਾਨਕੇ ਜਾਣ ਲਈ ਵੀ ਦਿਲ ਨਹੀਂ ਕਰਦਾ ਸੀ। ਮੈਂ ਮੰਮੀ ਪਾਪਾ ਦੀ ਇਕੱਲੀ ਬੇਟੀ ਸੀ। ਮਾਸੀ ਦੇ 2 ਬੇਟੀਆਂ ਤੇ ਬੇਟਾ ਸੀ। ਫਿਰ ਵੀ ਉੱਥੇ ਮੈਨੂੰ ਕਿਤੇ ਨਾ ਕਿਤੇ ਅਣਦੇਖਾ ਕਰ ਦਿੱਤਾ ਜਾਂਦਾ ਸੀ। ਮੈਂ ਹਮੇਸ਼ਾ ਆਪਣੀ ਦਾਦੀ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਨਾਨਕੇ ਨਹੀਂ ਜਾਣਾ। ਫਿਰ ਉਹਨਾਂ ਨੇ ਪਾਪਾ ਨੂੰ ਐਵੇਂ ਹੀ ਰੋਟੀ ਫੜਾ ਦਿੱਤੀ, ਬਸ ਜਿਵੇਂ ਦੀ ਸੀ ਰੁੱਖੀ ਸੁੱਖੀ। ਪਾਪਾ ਬੈਠ ਕੇ ਖਾਣ ਲੱਗ ਪਏ। ਮਾਸੜ ਜੀ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਨ ਲੱਗੇ। ਮੈਂ ਉਦਾਸ ਜਿਹੀ ਚੁੱਪ ਕਰਕੇ ਇੱਕ ਪਾਸੇ ਬੈਠ ਗਈ। ਮੇਰੀ ਮਾਸੀ ਜੀ ਦੀ ਛੋਟੀ ਬੇਟੀ ਨੇ ਮੈਨੂੰ ਦੇਖ ਲਿਆ। ਉਸ ਨੇ ਮੈਨੂੰ ਹਸਾਉਣ ਦਾ ਯਤਨ ਕੀਤਾ, ਪਰ ਮੈਂ ਹੱਸਣਾ ਨਹੀਂ ਚਾਹੁੰਦੀ ਸੀ। ਮੇਰਾ ਛੋਟਾ ਜਿਹਾ ਮਨ ਭਰਿਆ ਪਿਆ ਸੀ। ਮੈਨੂੰ ਰੋਣਾ ਆ ਰਿਹਾ ਸੀ। ਮਾਸੀ ਦੀ ਬੇਟੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਮੈਨੂੰ ਖਵਾ ਰਹੀ ਸੀ।
ਫਿਰ ਉਸਨੇ ਮੈਨੂੰ ਜੱਫੀ ਵਿੱਚ ਲੈ ਕੇ ਇੰਨਾ ਪਿਆਰ ਕੀਤਾ ਕਿ ਮੈਂ ਵੀ ਉਸ ਨਾਲ ਖੇਡਣ ਜਾਣ ਲੱਗੀ। ਮੰਮੀ ਮੇਰੇ ਲਈ ਘਰ ਤੋਂ ਬਣਾਈਆਂ ਫਰਾਕਾਂ ਵਗੈਰਾ ਹੀ ਲੈ ਕੇ ਆਏ ਸਨ, ਜਿਹੜੀਆਂ ਮੇਰੀਆਂ ਚਾਚੀ ਤੇ ਮਾਂ ਨੇ ਤਿਆਰ ਕੀਤੀਆਂ ਸਨ। ਪਰ ਮੇਰੀ ਮਾਸੀ ਦੀਆਂ ਬੇਟੀਆਂ ਕੋਲ ਬਹੁਤ ਸੁੰਦਰ ਡਰੈਸਾਂ ਸਨ। ਮੇਰੀ ਮੰਮੀ ਹਮੇਸ਼ਾ ਮੇਰੇ ਭਰਾ ਦੀ ਸੰਭਾਲ ਕਰਦੀ ਰਹਿੰਦੀ ਸੀ ਕਿਉਂਕਿ ਉਹ ਛੋਟਾ ਸੀ। ਮੇਰੀ ਮਾਸੀ ਦੀ ਬੇਟੀ ਨੇ ਮੈਨੂੰ ਤਿਆਰ ਕਰਿਆ, ਬਹੁਤ ਸੋਹਣੀ ਪੋਨੀ ਬਣਾਈ। ਆਪਣੇ ਲਿਆਂਦੀ ਹੋਈ ਉਸਨੇ ਇੱਕ ਸੁੰਦਰ ਡਰੈਸ ਪਹਿਨਾਈ। ਉਸ ਫੁਰਾਕ ਵਿੱਚ ਮੈਂ ਬਹੁਤ ਸੁੰਦਰ ਪਿਆਰੀ ਲੱਗ ਰਹੀ ਸੀ। ਫਿਰ ਅਸੀਂ ਸਾਰੇ ਰਾਜੀ ਖੁਸ਼ੀ ਵਿਆਹ ਦੇਖ ਕੇ ਵਾਪਸ ਆ ਗਏ। ਮੰਮੀ ਫਿਰ ਉੱਥੇ ਇੱਕ ਦਿਨ ਰਹਿ ਗਈ ਨਾਨਕਿਆਂ ਦੇ ਕੰਮ ਕਰਾਉਣ ਵਾਸਤੇ। ਕੁਝ ਦਿਨਾਂ ਬਾਅਦ ਮੰਮੀ ਵੀ ਵਾਪਸ ਆ ਗਏ। ਉਹਨਾਂ ਦਿਨਾਂ ਵਿੱਚ ਅਲਫ ਲੈਲਾ ਟੀਵੀ ਤੇ ਬਹੁਤ ਜ਼ਿਆਦਾ ਪ੍ਰਸਿੱਧ ਨਾਟਕ ਸੀ। ਮੇਰੇ ਛੋਟੇ ਚਾਚੇ, ਪਾਪਾ ਸਭ ਇਸ ਨੂੰ ਬੜੀ ਦਿਲਚਸਪੀ ਨਾਲ ਵੇਖਦੇ ਹੁੰਦੇ ਸਨ। ਇੱਕ ਦਿਨ ਸਾਡੇ ਘਰ ਵਿੱਚ ਬਿਜਲੀ ਨਹੀਂ ਸੀ। ਚਾਚੇ ਉਦਾਸ ਸਨ ਕਿ ਅੱਜ ਤਾਂ ਇਹ ਪਤਾ ਲੱਗਣਾ ਸੀ ਕਿ ਮਲਿਕਾ ਨੇ ਮੋਤੀ ਕਿੱਥੇ ਛੁਪਾਇਆ ਹੈ। ਉਹ ਦੋਨੋਂ ਉਦਾਸ ਸਨ ਕਿ ਅੱਜ ਉਹ ਟੀਵੀ ਨਹੀਂ ਦੇਖ ਸਕਣਗੇ। ਮੇਰੇ ਪਾਪਾ ਦਾ ਦਿਮਾਗ ਬਹੁਤ ਜ਼ਿਆਦਾ ਸੀ। ਉਹਨਾਂ ਨੇ ਉਹਨਾਂ ਦੇ ਉਦਾਸ ਚਿਹਰੇ ਦੇਖ ਕੇ ਉਹਨਾਂ ਨਾਲ ਵਾਅਦਾ ਕੀਤਾ ਕਿ ਉਹ ਉਹਨਾਂ ਨੂੰ ਇਹ ਨਾਟਕ ਜ਼ਰੂਰ ਦਿਖਾਉਣਗੇ। ਸਾਰੇ ਹੈਰਾਨ ਸਨ ਕਿ ਜਦੋਂ ਬਿਜਲੀ ਹੀ ਨਹੀਂ ਉਹ ਟੀਵੀ ਕਿੱਥੇ ਚਲਾਉਣਗੇ। ਦਾਦੀ ਗੁੱਸੇ ਵਿੱਚ ਕਹਿਣ ਲੱਗੇ, ਰੁੜ ਜਾਣਿਓ, ਤੁਹਾਡਾ ਸਰਦਾ ਨਹੀਂ? ਜੇ ਨਹੀਂ ਸਰਦਾ ਨੱਕ 'ਚ ਤਾਰਾਂ ਪਾ ਲਵੋ। ਪਿਤਾ ਜੀ ਨੇ ਵੀ ਟੀਵੀ ਚੁੱਕਿਆ। ਉਹਨਾਂ ਨੇ ਟੀਵੀ ਟਰੈਕਟਰ ਤੇ ਮਗਰਾਟ ਉੱਪਰ ਰੱਖ ਦਿੱਤਾ। ਮੈਨੂੰ ਨਹੀਂ ਪਤਾ ਪਾਪਾ ਨੇ ਉਸ ਸਮੇਂ ਟੀਵੀ ਤੇ ਟਰੈਕਟਰ ਨਾਲ ਕਿਵੇਂ ਤੇ ਕਿਹੜੀ ਤਾਰ ਜੋੜੀ। ਟੀਵੀ ਚੱਲ ਪਿਆ। ਉਸ ਵਿੱਚੋਂ ਤਸਵੀਰ ਸਾਹਮਣੇ ਚੰਗੀ ਤਰ੍ਹਾਂ ਨਹੀਂ ਆ ਰਹੀ ਸੀ, ਬਸ ਆਵਾਜ਼ ਜੀ ਆ ਰਹੀ ਸੀ। ਚਾਚਾ ਜੀ ਓਨੀ ਆਵਾਜ਼ ਸੁਣ ਕੇ ਦੇਖਣ ਲੱਗੇ ਕਿ ਨਾਟਕ ਵਿੱਚ ਕੀ ਹੋਇਆ ਹੋਵੇਗਾ। ਟੀਵੀ ਵਿੱਚੋਂ ਆਵਾਜ਼ ਆ ਰਹੀ ਸੀ ਕਿ ਮਲਿਕਾ ਨੇ ਮੋਤੀ ਆਪਣੇ ਦਿਲ में छुपा रखा है। ਸਾਰੇ ਜਾਣੇ ਜੋ ਵੀ ਉਸ ਸਮੇਂ ਟੀਵੀ ਦੇਖ ਰਹੇ ਸਨ, ਕਿਉਂਕਿ ਆਲੇ ਦੁਆਲੇ ਦੇ ਗੁਆਂਢੀਆਂ ਨੂੰ ਵੀ ਇਹ ਜਾਣਨ ਦੀ ਉਤਸੁਕਤਾ ਸੀ ਉਸ ਦਿਨ ਕਿ ਮਲਿਕਾ ਨੇ ਮੋਤੀ ਕਿੱਥੇ ਛੁਪਾਇਆ ਹੈ। ਸਭ ਨੂੰ ਜਾਣ ਕੇ ਧਰਵਾਸ ਮਿਲਿਆ ਕਿ ਚਲੋ ਮੋਤੀ ਦਾ ਪਤਾ ਤਾਂ ਚੱਲ ਗਿਆ ਵੀ ਕਿੱਥੇ ਹੈ। ਹੁਣ ਮੈਨੂੰ ਇੰਨਾ ਯਾਦ ਨਹੀਂ, ਸ਼ਾਇਦ ਕੋਈ ਸਿੰਦਬਾਦ ਸੀ ਜਿਸ ਨੇ ਉਸ ਮੋਤੀ ਨਾਲ ਕਿਸੇ ਰਾਜਕੁਮਾਰੀ ਨੂੰ ਬਚਾਉਣਾ ਸੀ। ਸਾਰਿਆਂ ਦੇ ਚਿਹਰਿਆਂ ਤੇ ਇੱਕ ਅਲੱਗ ਹੀ ਨੂਰ ਸੀ। ਮੇਰੇ ਪਿਤਾ ਵਿੱਚ ਇਹ ਹੁਨਰ ਸੀ ਕਿ ਉਹ ਕੋਈ ਵੀ ਚੀਜ਼ ਬਣਾ ਸਕਦੇ ਸਨ। ਬਿਜਲੀ ਨਾਲ ਸੰਬੰਧਿਤ ਖਰਾਬ ਚੀਜ਼ਾਂ ਵੀ ਚਲਾ ਦਿੰਦੇ ਸਨ। ਹਾਲਾਂਕਿ ਉਹਨਾਂ ਦੇ ਇਸ ਹੁਨਰ ਨੂੰ ਬਹੁਤੇ ਜਾਣੇ ਪਹਿਚਾਣੇ ਨਹੀਂ ਸਨ, ਪਰ ਮੈਨੂੰ ਹਮੇਸ਼ਾ ਪਤਾ ਹੁੰਦਾ ਸੀ ਕਿ ਮੇਰੇ ਪਿਤਾ ਇਸ ਦੁਨੀਆ ਦੇ ਬਹੁਤ ਜ਼ਿਆਦਾ ਮਹਾਨ ਵਿਅਕਤੀ ਹਨ। ਇਸ ਤਰ੍ਹਾਂ ਇੱਕ ਵਾਰੀ ਸਾਡੇ ਘਰ ਵਿੱਚ ਫਿਰ ਬਿਜਲੀ ਨਹੀਂ ਸੀ। ਸਾਰੇ ਜਾਣੇ ਰੋਟੀ ਖਾਣ ਤੋਂ ਬੈਠੇ ਸਨ। ਜ਼ਿਆਦਾ ਮੀਂਹ ਪੈਣ ਕਾਰਨ 2 ਦਿਨ ਬਿਜਲੀ ਨਹੀਂ ਆਈ ਸੀ। ਸਾਰੇ ਹੈਰਾਨ ਪਰੇਸ਼ਾਨ ਹੋਏ ਪਏ ਸਨ। ਪਿਤਾ ਜੀ ਨੇ ਪਤਾ ਨਹੀਂ ਕਿਹੜੀਆਂ ਤਾਰਾਂ ਕਿਵੇਂ ਕੀ ਜੋੜੀਆਂ ਸੀ, ਮੈਨੂੰ ਕੁਝ ਯਾਦ ਨਹੀਂ। ਉਹਨਾਂ ਸਾਡੇ ਘਰ ਬਿਨਾਂ ਬਿਜਲੀ ਤੋਂ ਬਲਬ ਜਗਾ ਦਿੱਤਾ ਸੀ। ਦੂਸਰੇ ਦਿਨ ਜਦੋਂ ਮੈਂ ਸਕੂਲ ਗਈ ਤਾਂ ਗਵਾਂਢੀਆਂ ਦੀ ਕੁੜੀ ਪੁੱਛਣ ਲੱਗੀ ਕਿ ਸਾਰੇ ਪਿੰਡ ਵਿੱਚ ਬਿਜਲੀ ਨਹੀਂ ਸੀ ਤਾਂ ਤੁਹਾਡੇ ਘਰ ਬਲਬ ਕਿਵੇਂ ਚੱਲ ਰਿਹਾ ਸੀ। ਮੇਰੇ ਕੋਲ ਉਸ ਨੂੰ ਦੇਣ ਲਈ ਕੋਈ ਉੱਤਰ ਨਹੀਂ ਸੀ। ਮੈਂ ਕਿਹਾ ਪਤਾ ਨਹੀਂ। ਇਸੇ ਤਰ੍ਹਾਂ ਅਸੀਂ ਇੱਕ ਵਾਰ ਮਾਸੀ ਨੂੰ ਮਿਲਣ ਲਈ ਪਿਤਾ ਜੀ ਤੇ ਮੰਮੀ ਨਾਲ ਲੁਧਿਆਣੇ ਚਲੇ ਗਏ। ਟੀਵੀ ਵਿੱਚ ਕੌਣ ਬਣੇਗਾ ਕਰੋੜਪਤੀ ਚੱਲ ਰਿਹਾ ਸੀ। ਮਾਸੜ ਜੀ ਅਜੇ ਕੰਮ ਤੋਂ ਨਹੀਂ ਆਏ ਸਨ। ਪਾਪਾ ਮਾਸੀ ਜੀ ਦੇ ਬੱਚਿਆਂ ਨਾਲ ਟੀਵੀ ਦੇਖਣ ਲੱਗੇ। ਕੌਣ ਬਣੇਗਾ ਕਰੋੜਪਤੀ ਵਿੱਚ ਜੋ ਵੀ ਪ੍ਰਸ਼ਨ ਅਮਿਤਾਭ ਬੱਚਨ ਪੁੱਛਦੇ ਸਨ, ਪਾਪਾ ਨੂੰ ਉਹਨਾਂ ਦੇ ਉੱਤਰ ਪਹਿਲਾਂ ਹੀ ਪਤਾ ਹੁੰਦੇ ਸਨ। ਪਾਪਾ ਸਾਰੇ ਉੱਤਰ ਪਹਿਲਾਂ ਹੀ ਦੇ ਰਹੇ ਸਨ। ਅਸੀਂ ਤਾਂ ਬਹੁਤ ਛੋਟੇ ਸੀ, ਸਾਨੂੰ ਇੰਨੀ ਜ਼ਿਆਦਾ ਸਮਝ ਨਹੀਂ ਸੀ। ਮਾਸੀ ਜੀ ਦੀ ਵੱਡੀ ਬੇਟੀ ਪਾਪਾ ਦੇ ਉੱਤਰ ਸੁਣ ਕੇ ਹੈਰਾਨ ਹੋ ਰਹੀ ਸੀ। ਉਹ ਪਾਪਾ ਨੂੰ ਕਹਿਣ ਲੱਗੀ, ਮਾਸੜ ਜੀ ਤੁਹਾਨੂੰ ਵੀ ਕੌਣ ਬਣੇਗਾ ਕਰੋੜਪਤੀ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ। ਪਾਪਾ ਕਹਿਣ ਲੱਗੇ, ਚਲਾ ਤਾਂ ਜਾਵਾਂ ਪੁੱਤ, ਪਰ ਇੱਥੇ ਜਾਈਦਾ ਕਿਵੇਂ ਆ। ਮਾਸੀ ਜੀ ਦੀ ਬੇਟੀ ਮਾਸੜ ਜੀ ਨੂੰ ਆਉਂਦਿਆਂ ਹੀ ਕਹਿਣ ਲੱਗੀ ਕਿ ਮਾਸੜ ਜੀ ਨੂੰ ਕੌਣ ਬਣੇਗਾ ਕਰੋੜਪਤੀ ਵਿੱਚ ਭੇਜੋ। ਪਰ ਮਾਸੜ ਜੀ ਨੂੰ ਵੀ ਨਹੀਂ ਪਤਾ ਸੀ ਕਿ ਇਸ ਵਿੱਚ ਭਾਗ ਲਿਆ ਜਾਂਦਾ ਹੈ।
ਗੱਲ ਆਈ ਗਈ ਹੋ ਗਈ। ਮਾਸੀ ਜੀ ਤੇ ਜਦੋਂ ਉਹਨਾਂ ਦੀ ਬੇਟੀ ਸਾਨੂੰ ਮਿਲਦੇ ਸਨ ਕਿ ਮਾਸੜ ਜੀ ਨੂੰ ਉਸ ਸਮੇਂ ਕੌਣ ਬਣੇਗਾ ਕਰੋੜਪਤੀ ਵਿੱਚ ਜ਼ਰੂਰ ਭੇਜਣਾ ਸੀ। ਉਹ ਹੁਣ ਵੀ ਜਦੋਂ ਆਉਂਦੀ ਹੈ ਤਾਂ ਪਿਤਾ ਜੀ ਨੂੰ ਕਹਿੰਦੀ ਹੈ ਕਿ ਉਹ ਇਸ ਵਿੱਚ ਇੱਕ ਵਾਰੀ ਜ਼ਰੂਰ ਟਰਾਈ ਕਰੋ, ਪਰ ਪਿਤਾ ਹੱਸ ਕੇ ਟਾਲ ਦਿੰਦੇ ਹਨ ਤੇ ਕਹਿ ਦਿੰਦੇ ਹਨ, ਉਦੋਂ ਪੁੱਤ ਦਿਮਾਗ ਹੋਰ ਸੀ, ਹੁਣ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਨੇ। ਪਿਤਾ ਜੀ ਨੇ ਕੋਈ ਇੰਜੀਨੀਅਰ ਵਗੈਰਾ ਵੀ ਨਹੀਂ ਕੀਤੀ ਹੋਈ ਸੀ, ਪਰ ਉਹ ਘਰ ਵਿੱਚ ਬਿਜਲੀ ਦਾ ਸਮਾਨ ਖੁਦ ਹੀ ਠੀਕ ਕਰ ਲੈਂਦੇ ਸਨ। ਘਰ ਵਿੱਚ ਮਧਾਣੀਆਂ, ਪੱਖੇ, ਬਿਜਲੀ ਦੇ ਬਲਬ, ਪਤਾ ਨਹੀਂ ਕੀ ਕੁਝ ਕਰਦੇ ਰਹਿੰਦੇ ਸਨ। ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਚਾਅ ਸੀ। ਸ਼ਾਇਦ ਉਹਨਾਂ ਦੀ ਇਹ ਆਦਤ ਹੀ ਮੇਰੇ ਵਿੱਚ ਸੀ। ਮੈਂ ਵੀ ਪਾਪਾ ਨਾਲ ਕਿਤਾਬਾਂ ਪੜ੍ਹਦੀ ਰਹਿੰਦੀ ਸੀ। ਛੋਟੇ ਹੁੰਦੇ ਅਸੀਂ ਬਹੁਤ ਜਿੱਦ ਕਰਦੇ, ਪਾਪਾ ਨੂੰ ਵੀ ਕਹਿ ਦਿੰਦੇ, ਪਾਪਾ ਤੁਸੀਂ ਵੀ ਲੁਧਿਆਣੇ ਜਾ ਕੇ ਨੌਕਰੀ ਕਰੋ, ਅਸੀਂ ਵੀ ਮਾਸੀ ਦੇ ਬੱਚਿਆਂ ਵਰਗੇ ਕੱਪੜੇ ਖਿਡੌਣੇ ਲੈਣੇ ਹਨ, ਉਹਨਾਂ ਦੇ ਘਰ ਵਰਗੇ ਘਰ ਵਿੱਚ ਹੀ ਰਹਿਣਾ ਹੈ। ਪਾਪਾ ਹੱਸ ਕੇ ਟਾਲ ਦਿੰਦੇ ਕਿ ਦੇਖੋ ਪਿੰਡਾਂ ਵਿੱਚ ਆਪਾਂ ਕਿੰਨੀ ਖੁੱਲੀ ਜਗ੍ਹਾ ਵਿੱਚ ਰਹਿੰਦੇ ਹਾਂ, ਉੱਥੇ ਦੇਖੋ ਕਿਵੇਂ ਪ੍ਰਦੂਸ਼ਣ ਹੀ ਪ੍ਰਦੂਸ਼ਣ। ਅਸੀਂ ਦੋਵੇਂ ਭੈਣ ਭਰਾ ਨੇ ਫਿਰ ਜਿੱਦ ਕਰਨੀ ਤਾਂ ਪਾਪਾ ਕਹਿ ਦਿੰਦੇ, ਬਸ ਥੋੜੇ ਸਮੇਂ ਤੱਕ ਆਪਾਂ ਵੀ ਲੁਧਿਆਣੇ ਚੱਲਾਂਗੇ। ਅਸੀਂ ਆਪਣੀ ਮੰਮੀ ਨੂੰ ਕਹਿਣਾ ਕਿ ਉਹ ਪਾਪਾ ਨੂੰ ਕਹੇ ਕਿ ਆਪਾਂ ਵੀ ਸ਼ਹਿਰ ਵਿੱਚ ਜਾਣਾ ਹੈ। ਮੰਮੀ ਨੇ ਕਹਿਣਾ, ਤੇਰੀ ਮਾਸੀ ਮਾਸੜ ਤਾਂ ਬਹੁਤ ਕਹਿੰਦੇ ਨੇ ਕਿ ਲੁਧਿਆਣੇ ਤੇਰੇ ਪਾਪਾ ਨੂੰ ਨੌਕਰੀ ਦਿਵਾ ਦਿੰਨੇ ਆ, ਇੰਨਾ ਪੜ੍ਹਿਆ ਲਿਖਿਆ ਹੋਇਆ ਹੈ, ਪਰ ਤੁਹਾਡਾ ਪਿਓ ਨਹੀਂ ਮੰਨਦਾ। ਮੇਰੇ ਪਾਪਾ ਆਪਣੇ ਛੋਟੇ ਭਰਾਵਾਂ ਤੇ ਭੈਣ ਨੂੰ ਬਹੁਤ ਪਿਆਰ ਕਰਦੇ ਸਨ। ਉਹ ਉਹਨਾਂ ਤੋਂ ਕਦੇ ਵੀ ਦੂਰ ਨਹੀਂ ਜਾਣਾ ਚਾਹੁੰਦੇ ਸਨ। ਮੇਰੇ ਮੰਮੀ ਵੀ ਉਹਨਾਂ ਤਿੰਨਾਂ ਦਾ ਬਹੁਤ ਧਿਆਨ ਰੱਖਦੇ ਸਨ। ਪਾਪਾ ਦੱਸਦੇ ਹੁੰਦੇ ਨੇ ਕਿ ਉਹਨਾਂ ਨੂੰ ਦਾਣਾ ਮੰਡੀ ਵਿੱਚ ਜੋ ਇੰਸਪੈਕਟਰ ਹੁੰਦੇ ਨੇ ਉਸ ਦੀ ਨੌਕਰੀ ਮਿਲ ਗਈ ਸੀ, ਪਰ ਮੇਰੇ ਦਾਦੀ ਜੀ ਨੇ ਪਾਪਾ ਨੂੰ ਨੌਕਰੀ ਨਾ ਕਰਨ ਦਿੱਤੀ, ਇਹ ਕਹਿ ਕੇ ਉਹ ਜੱਟਾਂ ਦਾ ਮੁੰਡਾ ਕਿਸੇ ਦੇ ਅੱਗੇ ਨੌਕਰ ਬਣ ਕੇ ਕੰਮ ਕਰੇਗਾ। ਪਾਪਾ ਨੇ ਆਪਣੀ ਜ਼ਿੰਦਗੀ ਖੇਤੀਬਾੜੀ ਦੇ ਨਾਂ ਲਗਾ ਦਿੱਤੀ। ਫਿਰ ਛੋਟੇ ਚਾਚਿਆਂ ਤੇ ਭੂਆ ਦਾ ਵਿਆਹ ਵੀ ਪਾਪਾ ਨੇ ਕਰ ਦਿੱਤਾ। ਜਦੋਂ ਕਦੇ ਅਸੀਂ ਕਿਤੇ ਜਾਣਾ ਤਾਂ ਪਾਪਾ ਦੀ ਜੇਬ ਵਿੱਚ 1 ਰੁਪਈਆ ਵੀ ਨਾ ਹੋਣਾ। ਉਹਨਾਂ ਹਮੇਸ਼ਾ ਲੋੜ ਅਨੁਸਾਰ ਹੀ ਦਾਦੀ ਤੋਂ ਪੈਸੇ ਲੈਣੇ, ਜਿੰਨੇ ਚੱਲਣੇ ਤੇ ਬਾਕੀ ਦਾ ਹਿਸਾਬ ਕਰਕੇ ਦਾਦੀ ਨੂੰ ਵਾਪਸ ਕਰ ਦੇਣੇ। ਮੇਰੀ ਚਾਚੀ ਨਵੀਂ ਵਿਆਹ ਕੇ ਸਹੁਰੇ ਘਰ ਆਈ ਸੀ, ਦਾਜ ਵਿੱਚ ਕੂਲਰ ਲੈ ਕੇ ਆਈ ਸੀ। ਚਾਚਾ ਚਾਚੀ ਗਰਮੀਆਂ ਵਿੱਚ ਕੂਲਰ ਕਦੇ ਅੰਦਰ ਲਾਇਆ ਕਰਨ ਤੇ ਕਦੇ ਬਾਹਰ। ਸਾਡੇ ਸਾਰਿਆਂ ਕੋਲ ਪੱਖੇ ਹੁੰਦੇ ਸਨ। ਉਹਨਾਂ ਨੇ ਬਹੁਤ ਦੁਖੀ ਹੋਣਾ। ਇੱਕ ਦਿਨ ਚਾਚਾ ਜੀ ਦੁਖੀ ਹੋ ਕੇ ਕਹਿਣ ਲੱਗੇ ਕਿ ਦਿਲ ਕਰਦਾ ਹੈ ਇਸ ਕੂਲਰ ਨੂੰ ਬਾਹਰ ਸੁੱਟ ਆਵਾਂ ਤੇ ਇੱਕ ਪੱਖਾ ਲੈ ਆਵਾਂ ਜਿਸ ਨੂੰ ਚੱਕਣਾ ਕਰਨਾ ਸੌਖਾ ਹੋਵੇ। ਪਾਪਾ ਹੱਸਣ ਲੱਗੇ, ਬਸ ਐਡੀ ਕੁ ਗੱਲ, ਮੈਂ ਹੁਣੇ ਤੇਰੇ ਕੂਲਰ ਨੂੰ ਪੱਖਾ ਬਣਾ ਦਿੰਦਾ ਹਾਂ। ਪਾਪਾ ਇੱਕ ਲੋਹੇ ਦੀ ਪਾਈਪ ਲੈ ਗਏ, ਉਸ ਨੂੰ ਵੈਲਡਿੰਗ ਕਰਾ ਕੇ ਲੈ ਆਏ। ਉਸ ਦੇ ਨੀਚੇ ਇੱਕ ਲੱਕੜ ਦੀ ਫੱਟੀ ਜੜ ਦਿੱਤੀ। ਉਸ ਕੂਲਰ ਦੀ ਮੋਟਰ, ਫਰ ਵਗੈਰਾ ਕੱਢ ਕੇ ਉਹਨਾਂ ਨੇ ਇੱਕ ਦੇਸੀ ਪੱਖਾ ਤਿਆਰ ਕਰ ਦਿੱਤਾ। ਥੋੜੇ ਟਾਈਮ ਬਾਅਦ ਚਾਚਾ ਜੀ ਕਹਿਣ ਲੱਗੇ ਕਿ ਤੂੰ ਹੁਣ ਇਸ ਨੂੰ ਦੁਬਾਰਾ ਕੂਲਰ ਬਣਾ ਸਕਦਾ ਹੈ। ਪਾਪਾ ਕਹਿਣ ਲੱਗੇ, ਹੁਣੇ ਲੈ। ਪਾਪਾ ਨੇ ਫਿਰ ਤੋਂ ਪੱਖੇ ਤੋਂ ਸਮਾਨ ਖੋਲ ਕੇ ਉਸ ਨੂੰ ਕੂਲਰ ਵਿੱਚ ਫਿੱਟ ਕਰ ਦਿੱਤਾ। ਪੱਖਾ ਫਿਰ ਕੂਲਰ ਬਣ ਗਿਆ। ਫਿਰ ਜੋ ਉਹ ਲੋਹੇ ਦੀਆਂ ਪਾਈਪਾਂ 'ਚੋਂ ਪੱਖੇ ਲਈ ਵੈਲਡਿੰਗ ਕਰਾਈਆਂ ਗਈਆਂ ਸਨ, ਉਸ ਉੱਪਰ ਮਧਾਣੀ ਦੇ ਉੱਪਰ ਫਰ ਲਗਾ ਕੇ ਪਾਪਾ ਨੇ ਇੱਕ ਦੇਸੀ ਪੱਖਾ ਤਿਆਰ ਕਰ ਦਿੱਤਾ ਸੀ। ਚਾਹੇ ਸਭ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਲੱਗਦੀਆਂ ਸਨ, ਪਰ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਜੇਕਰ ਪਾਪਾ ਨੂੰ ਜ਼ਿੰਦਗੀ ਵਿੱਚ ਮੌਕਾ ਮਿਲਿਆ ਹੁੰਦਾ ਤਾਂ ਉਹਨਾਂ ਦਾ ਹੁਨਰ ਦੁਨੀਆ ਨੇ ਪਹਿਚਾਣ ਹੀ ਲੈਣਾ ਸੀ। ਪਾਪਾ ਸਾਈਕਲ ਤੇ ਵੀ ਆਪਣੇ ਐਕਸਪੈਰੀਮੈਂਟ ਕਰਦੇ ਰਹਿੰਦੇ ਸਨ। ਕਹਿੰਦੇ ਨੇ ਕਿ ਮਾਂ ਦਾ ਪਿਆਰ ਸਭ ਨੂੰ ਦਿਖ ਜਾਂਦਾ ਹੈ, ਪਰ ਪਿਤਾ ਜੋ ਵੀ ਸਾਡੇ ਲਈ ਬਲੀਦਾਨ ਕਰਦਾ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦੇ। ਮੇਰੇ ਪਿਤਾ ਵੀ ਇਸੇ ਤਰ੍ਹਾਂ ਦੇ ਸਨ। ਉਹਨਾਂ ਸਾਨੂੰ ਹੋਰਨਾਂ ਦੇ ਪਿਤਾ ਵਾਂਗ ਕਦੇ ਘੂਰਿਆ ਜਾਂ ਮਾਰਿਆ ਨਹੀਂ ਸੀ। ਉਹ ਹਮੇਸ਼ਾ ਮੇਰੇ ਤੇ ਮੇਰੇ ਭਰਾ ਤੋਂ ਸਾਡੇ ਸਕੂਲ ਕਾਲਜ ਦੀਆਂ ਗੱਲਾਂ ਸੁਣਦੇ ਰਹਿੰਦੇ ਸਨ।
ਅਸੀਂ ਵੀ ਘਰ ਆ ਕੇ ਉਹਨਾਂ ਨੂੰ ਸਭ ਕੁਝ ਦੱਸਦੇ ਸੀ। ਅੱਜ ਵੀ ਜ਼ਿੰਦਗੀ ਵਿੱਚ ਜਦੋਂ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਮੇਰੇ ਫੋਨ ਵਿੱਚ ਮੰਮੀ ਦੇ ਨੰਬਰ ਦੇ ਨਾਲ ਪਾਪਾ ਨੂੰ ਵੀ ਉਹਨਾਂ ਹੀ ਫੋਨ ਕੀਤਾ ਹੁੰਦਾ ਹੈ। ਉਹ ਆਪਣੀਆਂ ਗੱਲਾਂ ਨਾਲ ਮੇਰੀ ਪਰੇਸ਼ਾਨੀਆਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੇਰੇ ਪਿਤਾ ਜੀ ਦੀਆਂ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਚੰਗੀਆਂ ਆਦਤਾਂ ਮੇਰੇ ਵਿੱਚ ਅੱਜ ਵੀ ਹਨ। ਉਹਨਾਂ ਵਾਂਗ ਪੈਸਾ ਜੋੜਨਾ, ਕਿਤਾਬਾਂ ਪੜ੍ਹਨਾ। ਪਾਪਾ ਬਚਪਨ ਤੋਂ ਹੀ ਇੱਕ ਡਾਇਰੀ ਲਿਖਦੇ ਆ ਰਹੇ ਹਨ। ਉਹਨਾਂ ਦੀ ਡਾਇਰੀ ਵਿੱਚ ਸਾਡੀਆਂ ਜਨਮ ਤਰੀਕਾਂ, ਅਸਲ ਕਦੋਂ ਬੋਲਣ ਲੱਗੇ, ਤੁਰਨ ਲੱਗੇ ਸਭ ਲਿਖਿਆ ਹੁੰਦਾ ਹੈ। ਮੈਨੂੰ ਤਾਂ ਆਪਣੀ ਜਨਮ ਮਿਤੀ ਚੰਗੀ ਤਰ੍ਹਾਂ ਪਤਾ ਹੈ, ਪਰ ਮੇਰੀ ਭੂਆ ਦੇ ਬੱਚਿਆਂ ਦੀ ਉਹਨਾਂ ਨੂੰ ਚੰਗੀ ਤਰ੍ਹਾਂ ਜਨਮ ਤਰੀਕ ਨਹੀਂ ਪਤਾ ਸੀ। ਉਹਨਾਂ ਨੇ ਦੋਵਾਂ ਬੱਚਿਆਂ ਦੇ ਇਦਾਂ ਹੀ 1 ਜਨਵਰੀ ਜਨਮ ਤਰੀਕ ਲਿਖਵਾ ਦਿੱਤੀ ਸੀ। ਭੂਆ ਦੇ ਬੱਚੇ ਥੋੜੇ ਵੱਡੇ ਹੋਏ ਤਾਂ ਉਹਨਾਂ ਨੇ ਆਪਣੀ ਅਸਲੀ ਜਨਮ ਤਰੀਕ ਪਤਾ ਕਰਨ ਲਈ ਮੈਨੂੰ ਫੋਨ ਕੀਤਾ। ਮੈਂ ਪਿਤਾ ਜੀ ਦੀ 96-97 ਦੀਆਂ ਡਾਇਰੀਆਂ ਦੇਖਣ ਲੱਗ ਪਈ। ਉਹਨਾਂ ਵਿੱਚੋਂ ਮੈਨੂੰ ਭੂਆ ਜੀ ਦੇ ਦੋਵੇਂ ਬੱਚਿਆਂ ਦੀਆਂ ਜਨਮ ਤਰੀਕਾਂ ਮਿਲ ਗਈਆਂ। ਮੈਂ ਭੂਆ ਜੀ ਦੇ ਬੱਚਿਆਂ ਨੂੰ ਉਹਨਾਂ ਦੀਆਂ ਜਨਮ ਤਰੀਕ ਦੱਸ ਦਿੱਤੀਆਂ ਤਾਂ ਉਹ ਆਪਣੀ ਅਸਲੀ ਜਨਮ ਤਰੀਕ ਜਾਣ ਕੇ ਬਹੁਤ ਖੁਸ਼ ਹੋਏ। ਕਿਸ ਦਿਨ ਪਾਪਾ ਨੇ ਕੀ ਕੰਮ ਕੀਤੇ ਸਭ ਪਾਪਾ ਦੀ ਡਾਇਰੀ ਵਿੱਚ ਲਿਖੇ ਮਿਲੇ ਜਾਂਦੇ ਹਨ। ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਪਾਪਾ ਕੀ ਕਰੀ ਜਾਂਦੇ ਨੇ। ਅੱਜ ਹਰਾ ਵੱਢਿਆ, ਜੀਰੀ ਲਾਈ, ਕਣਕ ਲਾਈ, ਅੱਜ ਮੈਂ ਉੱਥੇ ਗਿਆ, ਅੱਜ ਮੈਂ ਇੱਥੇ ਗਿਆ। ਕੀ ਮਿਲਦਾ ਉਹਨਾਂ ਨੂੰ ਇਹ ਸਭ ਕੁਝ ਲਿਖ ਕੇ। ਮੈਂ ਉਹਨਾਂ ਨੂੰ ਬਹੁਤ ਪ੍ਰਸ਼ਨ ਕਰਦੀ, ਪਰ ਹੌਲੀ ਜਦੋਂ ਅਸੀਂ ਕਿਸੇ ਦੀ ਜਨਮ ਤਰੀਕ ਪਤਾ ਕਰਨੀ ਹੁੰਦੀ ਹੋਵੇ ਜਾਂ ਕੋਈ ਹੋਰ ਕੰਮ ਹੁੰਦਾ ਹੈ ਤਾਂ ਪਾਪਾ ਦੀ ਡਾਇਰੀ ਕਿੰਨਾ ਕੰਮ ਆ ਰਹੀ ਹੈ, ਇਸ ਦਾ ਮੈਨੂੰ ਅੱਜ ਅਹਿਸਾਸ ਹੋਇਆ। ਇੱਕ ਵਾਰੀ ਮੇਰੀ ਬੇਟੀ ਨੂੰ ਟਰੈਕਟਰ ਲੈ ਕੇ ਦਿੱਤਾ ਪਾਪਾ ਨੇ। ਮੇਰੇ ਪੇਕੇ ਗੁਆਂਢ ਵਿੱਚ ਇੱਕ ਬੱਚੇ ਕੋਲ ਪੈਡਲ ਵਾਲਾ ਟਰੈਕਟਰ ਸੀ। ਮੇਰੀ ਬੇਟੀ ਰੋਣ ਲੱਗ ਪਈ ਕਿ ਉਸ ਨੂੰ ਵੀ ਪੈਡਲ ਵਾਲਾ ਹੀ ਟਰੈਕਟਰ ਚਾਹੀਦਾ ਹੈ। ਪਾਪਾ ਨੇ ਪੈਡਲ ਵਾਲੇ ਟਰੈਕਟਰ ਨੂੰ ਗੌਰ ਨਾਲ ਦੇਖਿਆ ਤੇ ਸਾਡੇ ਗੁਆਂਢ ਵਿੱਚ ਹੀ ਇੱਕ ਆਰੇ ਦਾ ਕੰਮ ਕਰਦੇ ਸਨ। ਉਹਨਾਂ ਕੋਲ ਲਿਜਾ ਕੇ ਪਤਾ ਨਹੀਂ ਟਰੈਕਟਰ ਦੇ ਵਿੱਚ ਕਿਹੜੀ ਚੈਨ ਕੀ ਪੈਡਲ ਪਵਾਇਆ। ਮੇਰੀ ਬੇਟੀ ਦਾ ਟਰੈਕਟਰ ਵੀ ਪੈਡਲ ਵਾਲਾ ਬਣ ਗਿਆ। ਪਾਪਾ ਨੇ 500 ਵਾਲੇ ਟਰੈਕਟਰ ਨੂੰ 2500 ਵਾਲਾ ਟਰੈਕਟਰ ਮਿੰਟਾਂ ਵਿੱਚ ਬਣਾ ਦਿੱਤਾ। ਅੱਜ ਸਮਾਂ ਬਹੁਤ ਬਦਲ ਚੁੱਕਿਆ ਹੈ। ਮਾਸੜ ਜੀ ਦੂਰ ਸ਼ਹਿਰ ਵਿੱਚ ਰਹਿੰਦੇ ਹਨ ਤੇ ਪਾਪਾ ਨਾਨਕਿਆਂ ਦੇ ਕੋਲ ਹੀ ਇੱਕ ਪਿੰਡ ਵਿੱਚ। ਨਾਨਕਿਆਂ ਦਾ ਸਾਂਝਾ ਟੱਬਰ ਵੀ ਨਾਨੀ ਮਾਂ ਦੀ ਮੌਤ ਦੇ ਨਾਲ ਖਿੰਡ ਕੇ ਬਿਖਰ ਗਿਆ। ਜ਼ਮੀਨਾਂ ਵੰਡੀਆਂ ਗਈਆਂ ਤੇ ਹੋਰ ਕਾਰੋਬਾਰ ਵੰਡਿਆ ਗਿਆ। ਹੁਣ ਨਾਨਕੇ ਪਹਿਲਾਂ ਜਿੰਨੇ ਤਕੜੇ ਨਹੀਂ ਰਹੇ ਸਨ, ਪਰ ਮੇਰੇ ਪਿਤਾ ਜੀ ਨੂੰ ਛੋਟੇ ਹੁੰਦਿਆਂ ਤੋਂ ਆਦਤ ਸੀ ਪੈਸਾ ਜੋੜਨ ਦੀ। ਇੱਕ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਮੇਰੇ ਚਾਚੇ ਆਪਣੇ ਵਿਆਹ ਤੋਂ ਬਾਅਦ ਇਹ ਕਹਿ ਕੇ ਸਾਥ ਛੱਡ ਗਏ ਸਨ ਕਿ ਤੇਰੇ ਬੱਚੇ ਵੱਡੇ ਹਨ, ਇਹਨਾਂ ਦਾ ਪਹਿਲਾਂ ਕਰਨਾ ਪਵੇਗਾ। ਪਾਪਾ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ, ਬਲਕਿ ਜ਼ਮੀਨ ਜਾਇਦਾਦ ਵਿੱਚੋਂ ਜੋ ਵੀ ਹਿੱਸਾ ਮਿਲਿਆ ਲੈ ਕੇ ਅੱਡ ਹੋ ਗਏ। ਪਾਪਾ ਨੇ ਸਾਡੇ ਵਿਆਹ ਬਹੁਤ ਵਧੀਆ ਕੀਤੇ। ਉਸ ਤੋਂ ਬਾਅਦ ਉਹਨਾਂ ਨੇ ਘਰ ਵਿੱਚ ਇੰਨੇ ਸੰਜਮ ਦੀ ਵਰਤੋਂ ਕੀਤੀ ਕਿ ਥੋੜੇ ਸਮੇਂ ਵਿੱਚ ਹੀ ਸਭ ਕੁਝ ਠੀਕ ਠਾਕ ਕਰ ਲਿਆ। ਪਹਿਲਾਂ ਵਾਂਗ ਹੀ ਘਰ ਵਿੱਚ ਪੈਸਾ ਜੁੜਨ ਲੱਗਾ। ਅੱਜ ਨਾਨਕੇ ਘਰ ਵੀ ਪਾਪਾ ਦੀ ਬਹੁਤ ਪੁੱਛ ਗਿੱਛ ਹੈ। ਪੈਸੇ ਵਾਲਾ, ਲਿਆਕਤ ਵਾਲਾ ਸਭ ਕੁਝ ਹੈ ਪਾਪਾ ਵਿੱਚ। ਹੁਣ ਨਾਨਕਿਆਂ ਵਾਲੇ ਪਾਪਾ ਨਾਲ ਪਹਿਲਾਂ ਵਾਂਗ ਰੁੱਖੀ ਸੁੱਖੀ ਰੋਟੀ ਨਹੀਂ, ਬਲਕਿ ਭਰਜਾਈਆਂ ਬਹੁਤ ਧਿਆਨ ਦਿੰਦੀਆਂ ਹਨ ਤੇ ਘਰ ਵਿੱਚ ਫੁੱਫੜ ਜੀ ਆਏ ਸਨ। ਪਾਪਾ ਹਰ ਵੇਲੇ ਨਾਨਕਿਆਂ ਦੀ ਲੋੜ ਵੇਲੇ ਜਾਂ ਜਿਵੇਂ ਉਹਨਾਂ ਨੂੰ ਪੈਸੇ ਜਾਂ ਫਿਰ ਹੋਰ ਮਦਦ ਦੀ ਜ਼ਰੂਰਤ ਹੁੰਦੀ ਪੂਰੀ ਕਰ ਦਿੰਦੇ ਹਨ। ਹੁਣ ਜਦੋਂ ਇੱਕ ਵਾਰੀ ਮੈਂ ਪਾਪਾ ਨਾਲ ਨਾਨਕੇ ਗਈ ਤਾਂ ਉਹੀ ਮਾਮੀ ਜਿਹੜੀ ਪੁਰਾਣੀ ਪਈ ਚਾਹ ਚੱਕ ਕੇ ਪਾਪਾ ਨੂੰ ਦਿੰਦੀ ਹੁੰਦੀ ਸੀ, ਅੱਜ ਉਹਨੂੰ ਖੁਦ ਪੂਰੇ ਇੱਜ਼ਤ ਮਾਣ ਨਾਲ ਬਿਠਾ ਕੇ ਚਾਹ ਪਾਣੀ ਪੁੱਛਦੀ ਹੈ। ਕਿਉਂਕਿ ਘਰ ਵਿੱਚ ਕੋਈ ਲੜਾਈ ਹੋਣ ਤੇ ਪੈਸੇ ਦੀ ਜ਼ਰੂਰਤ ਹੋਣ ਤੇ ਉਹਨਾਂ ਨੂੰ ਪਾਪਾ ਦੀ ਯਾਦ ਆ ਜਾਂਦੀ ਹੈ। ਸਮਾਪਤ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ? ਸਾਨੂੰ ਇੱਕ ਛੋਟਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡਾ ਧੰਨਵਾਦ।